820 रूसी ਦਾ ਰਿਮ ਹੈ ਇਹਦਾ 84 ਕਿਲੋ ਇੱਕ ਰਿਮ ਦਾ ਵਜ਼ਨ ਹੈ। ਅੱਛਾ ਜੀ। 4 ਵੀਲ ਦਾ ਇਹ ਫਾਇਦਾ ਕਿ ਇੱਕ ਤਾਂ ਡੀਜ਼ਲ ਦੀ ਬਚਤ ਹੈ ਬਹੁਤ ਜ਼ਿਆਦਾ ਜੀ। ਅੱਛਾ ਜੀ। अस्सलाम वालेकुम दोस्तों, 850 न्यू हॉलैंड ਨਾਲ ਜਨਾਬ ਆਲੂਆਂ ਦੀ ਕਿਰਾਈ ਹੋ ਰਹੀ ਹੈ ਤੇ ਰਾਸ਼ਨ ਵਾਲਾ ਜਨਾਬ ਪਿੱਛੇ ਪਲਾਂਟਰ ਪਾਇਆ ਹੋਇਆ ਹੈ ਤੇ ਮੀਆਂ ਸਾਹਿਬ ਰੀ ਜ਼ਿਮੀਦਾਰ ਆਪਣੇ ਨਾਲ ਨੇ, ਉਹਨਾਂ ਦੇ ਕੋਲੋਂ ਪੁੱਛਦੇ ਆਂ ਕਿ 850 ਦੀ ਪਰਫਾਰਮੈਂਸ ਪਲਾਂਟਰ ਤੇ ਕੈਸੀ ਰਹੀ ਹੈ ਔਰ ਇਹਨਾਂ ਨੇ 850 ਖਰੀਦਾ ਹੈ ਕਿਉਂਕਿ ਆਲੂ ਦਾ ਸੀਜ਼ਨ ਸਾਡੇ ਏਰੀਏ ਵਿੱਚ ਚੱਲ ਰਹੀ ਹੈ, ਪੰਜਾਬ ਪਾਕਿਸਤਾਨ ਵਿੱਚ ਚੱਲ ਰਹੀ ਹੈ ਤੇ ਆਲੂ ਦੀ ਕਿਰਾਈ ਦੇ ਵਿੱਚ 850 ਦਾ ਜਿਹੜਾ ਲਿਫਟੋਮੈਟਿਕ ਹਾਈਡ੍ਰਾਲਿਕ ਹੈ ਨਾ, ਇਹਦਾ ਬੜਾ ਅਹਿਮ ਕਿਰਦਾਰ ਹੈ। ਤੇ ਅੱਜ ਕੰਪਨੀ ਦੇ ਨੁਮਾਇੰਦੇ ਵੀ ਇੱਥੇ ਆਏ ਸੀ, ਇਹਨਾਂ ਨੂੰ ਕੁਝ ਹਾਈਡ੍ਰਾਲਿਕ ਦੇ ਬਾਰੇ ਸਮਝਾ ਦੱਸ ਗਏ ਨੇ। ਡਰਾਈਵਰ ਬਾਈ ਕੋਲ ਵੀ ਜਾਣਾਂਗੇ, ਲੇਕਿਨ ਪਹਿਲੇ ਆਪਾਂ ਜ਼ਿਮੀਂਦਾਰਾਂ ਨਾਲ ਗੱਲ ਕਰਨੇ ਆ। अस्सलाम वालेकुम जी। ਵਾਲੇਕੁਮ ਸਲਾਮ। सर जी अपना तारफ कराते चलो पहले तो। ਸਮੀਉल्ला ਜੱਟ। अच्छा जी, 850 ट्रैक्टर तुसी हुण खरीदा, किन्ने कु दिन हो गए ने मतलब है? ਹੋ ਗਏ ਨੇ ਕੋਈ 20 ਦਿਨ ਜੀ। ठीक हो गया। इस तो पहले भी सारे कोई ट्रैक्टर चलाते रहे हो बाकी कंपनियां दे? ਹਾਂ ਸਾਡੇ ਕੋਲ ਬਾਕੀ ਕੰਪਨੀਆਂ ਦੇ ਟਰੈਕਟਰ ਵੀ ਹੈਗੇ ਨੇ ਲੇਕਿਨ ਪਹਿਲੇ ਦਬੰਗ ਚਲਾਉਂਦੇ ਰਹੇ ਹਾਂ ਜੀ। जी। ਦਬੰਗ। अच्छा, न्यू हॉलैंड दे बारे थोड़ा की तजर्बा है? तुसी केड़े पहले न्यू हॉलैंड दे ट्रैक्टर चलाए हुए ने? ਨਿਊ ਹਾਲੈਂਡ ਦਾ 480 जी 640 जी 640 ਅੰਦਰ ਲਟਾਂ ਵਾਲਾ जी 85 ਹਸਪਰ, ਉਸ ਤੋਂ ਬਾਅਦ ਦਬੰਗ, सही। ਉਸ ਤੋਂ ਬਾਅਦ ਹੁਣ ਇਹ ਲਿਆ। अच्छा, तुसी न्यू हॉलैंड दे भी ट्रैक्टर चलाते रहे हो और इस तो पहले दूसरे ट्रैक्टर भी जड़ा ना तुसी चला रहे हो अदर जी। कंपनियां दे, ਜੀ ਜੀ। लेकिन 850 तुसी खरीदा, ये किस वास्ते खरीदा है केड़ी चीज़ इहदी तुहानू पसंद आई है? ਇਹਦਾ ਇੱਕ ਤੇ ਇੰਜਨ ਬਹੁਤ ਅੱਛਾ ਜੀ। अच्छा जी। ਇੰਜਨ ਦੀ ਪਰਫਾਰਮੈਂਸ ਬਹੁਤ ਅੱਛੀ ਹੈ ਜੀ। जी ਕਿਸੇ ਕਿਸਮ ਦਾ ਮਗਲੈਲ ਨਹੀਂ ਚੱਕਦੇ, ਗਰਮ ਨਹੀਂ ਹੁੰਦੇ, जी ਡਰਾਈਵਰ ਬਿਲਕੁਲ ਸਕੂਨ ਚ ਰਹਿੰਦਾ, ਯਾਨੀ ਕਿ ਕੋਈ ਗਰਮੀ ਨਹੀਂ, ਇਹਨਾਂ ਸ਼ਿਕਾਇਤ ਨਹੀਂ ਹੈ। डीजल दी खपत वालों? ਡੀਜ਼ਲ ਦੀ ਖਪਤ ਇਹਦਾ ਨਹੀਂ ਘੱਟ ਜੀ। अच्छा जी। ਡੀਜ਼ਲ ਦੀ। अच्छा, 850 ਲਿਫਟੋਮੈਟਿਕ ਤੁਸੀਂ ਲਿਆ ਹੈ ਜੀ। ਜੀ ਜੀ। ਲਿਫਟੋਮੈਟਿਕ ਜਿਹੜਾ ਇਹਦਾ ਹਾਈਡ੍ਰਾਲਿਕ ਸਿਸਟਮ ਇਹ ਪਾਕਿਸਤਾਨ ਦੇ ਵਿੱਚ ਪਹਿਲੀ ਵਾਰ ਨਿਊ ਹਾਲੈਂਡ ਨੇ ਦਿੱਤਾ ਹੈ ਜੀ ਜੀ ਤੇ ਇਹ ਪਲਾਂਟਰ ਤੇ ਬੜਾ ਜਿਹੜਾ ਨਾ ਇਹਦਾ ਅਹਿਮ ਕਿਰਦਾਰ ਹੈ। ਜੀ। ਕਿਆ ਵਾਕਿਆ ਹੀ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਮਾਲੂਮ ਹੋਇਆ ਕਿ ਵਾਕਈ ਇਹਦਾ ਫਰਕ ਹੈ ਦੂਜੇ ਟਰੈਕਟਰਾਂ ਹਾਂ, ਨਾਲ? ਪਹਿਲੇ ਇੰਡਾਲਕ ਨਾਲ ਫਰਕ ਆ ਜਾਂਦਾ ਜੀ। ਸਹੀ। ਜਿਹੜਾ ਪਹਿਲੇ ਇੰਡਾਲਕ ਆ ਰਿਹਾ ਸੀ ਉਹਦੇ ਨਾਲ ਇੰਨਾ ਇੰਡਾਲਕ ਠੀਕ ਹੈ, ਬਿਹਤਰ ਹੈ। ਬਾਕੀ ਕੰਪਨੀਆਂ ਨਾਲੋਂ? ਕੰਮ ਬਾਕੀ ਕੰਪਨੀਆਂ ਨਾਲੋਂ ਅੱਛਾ ਜੀ। ਇਸ ਤੋਂ ਪਹਿਲੇ ਇਹਨੂੰ ਕਿਹੜੀ ਚੀਜ਼ ਤੇ ਚਲਾ ਚੁੱਕੇ ਹੋ? ਅਸੀਂ ਇਹਨੂੰ ਚੀਜ਼ਲ ਤੇ ਚਲਾ ਚੁੱਕੇ ਹਾਂ, ਰੂਟਾ ਵਾਟਰ ਤੇ, ਲੇਜ਼ਰ ਕਰਾਏ ਤੇ, ਜੀ। ਟਰਾਲੇ ਤੇ। ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਮਾਸ਼ਾਅੱਲਾ। ਅੱਛਾ ਸਮੀਉल्ला ਸਾਹਿਬ, ਸਾਨੂੰ ਇਹ ਦੱਸੋ ਵੀ ਇਹ ਪਲਾਂਟਰ ਜਿਹੜਾ ਨਾ ਅਸੀਂ ਤਾਂ ਅੱਜ ਪਹਿਲੀ ਵਾਰ ਵੇਖ ਰਹੇ ਹਾਂ ਜੀ ਜੀ ਵੀ ਇਹ ਜਿਹੜਾ ਨਾ ਰਾਸ਼ਨ ਵਾਲਾ ਪਲਾਂਟਰ ਹੈ, ਜੀ ਜਨਾਬ, ਬਿਲਕੁਲ ਜੀ। ਇਹ ਕੀ ਤੁਸੀਂ ਆਪ ਬਣਵਾਇਆ ਹੈ ਜਾਂ ਕਿਧਰੋਂ ਬਣਾਇਆ ਲਿਆ ਹੈ ਜੀ? ਕੀ ਇਹ scene ਕਾੜੇ ਤੋਂ ਇਹਦਾ? ਬਣਾਇਆ ਜੀ। ਹਾਂਜੀ। ਕਾੜੇ ਤੋਂ ਅਲਮਦੀਨਾ ਨਾਲ ਕੋ ਬਣਾਇਆ ਹੈ। ਅੱਛਾ, ਇਹ ਸਪੈਸ਼ਲ ਸਿਰਫ ਰਾਸ਼ਨ ਰਾਸ਼ੀ ਕੇਰਦਾ ਹੈ? ਕਰਦਾ ਜੀ ਬਸ। ਠੀਕ ਹੋ ਗਿਆ। ਜਾਂ ਕ੍ਰੇਡ ਕਰਨ ਵਾਸਤੇ ਬਣਾਇਆ ਜੀ। ਅੱਛਾ ਜੀ। ਕ੍ਰੇਡ ਜਿਹੜਾ ਆਲੂ ਕ੍ਰੇਡ ਨਵਾਂ ਬੀਜ ਹੁੰਦਾ ਜੀ, ਹਾਂਜੀ। ਉਹਨੂੰ ਕਰਨ ਵਾਸਤੇ। ਇਸ ਤੋਂ ਪਹਿਲੇ ਜਿਹੜਾ ਨਾ ਲੇਬਰਾਂ ਕੋਲੋਂ ਜਿਹੜਾ ਉਹ ਕਰਾਉਣਾ ਪੈਂਦਾ ਜੀ ਸੀ ਜੀ ਤੇ ਇਹ ਤੁਸੀਂ ਜਿਹੜਾ ਨਾ ਅੱਛਾ ਕੀਤਾ ਹੈ ਕਿ ਇੱਕ ਮਸ਼ੀਨ ਹੀ ਬਣ ਗਈ, ਪਲਾਂਟਰ ਹੀ ਬਣ ਗਿਆ ਰਾਸ਼ਨ ਕਰਨ ਵਾਸਤੇ। ਇਹ ਜਿਹੜਾ ਵੱਡਾ ਸਾਈਜ਼ ਹੈ ਇਹ ਮੇਰਾ ਖਿਆਲ ਹੈ ਉਹ ਦੂਸਰੇ ਪਲਾਂਟਰ ਦੇ ਵਿੱਚੋਂ ਨਹੀਂ ਲੰਘਦਾ ਹੈਗਾ, ਨਹੀਂ ਗੁਜ਼ਰਦਾ। ਇਸ ਵਾਸਤੇ ਤੁਸੀਂ ਇਹ ਪਲਾਂਟਰ ਬਣਵਾਇਆ। ਠੀਕ ਹੋ ਗਿਆ। ਇਹਦੀ ਖੇੜੀ ਕਿੰਨੇ ਤੇ ਨਿਕਾਲ ਰਹੇ ਹੋ ਜੀ? 30 ਇੰਚ ਤੇ। ਹਾਂਜੀ, 30 ਇੰਚ ਤੇ। 30 ਇੰਚ ਤੇ। 30 ਇੰਚ। ਠੀਕ ਹੋ ਗਿਆ। ਬਾਕੀ ਦੂਸਰੇ ਪਲਾਂਟਰ ਦੀ 19 ਇੰਚ ਤੇ ਹੁੰਦੀ ਜੀ। ਠੀਕ ਹੋ ਗਿਆ। ਅੱਛਾ, ਇਹ ਜਿਹੜੀਆਂ ਕਿਉਂਕਿ 850 ਨੂੰ ਟਾਇਰ ਤਾਂ ਆਉਂਦੇ ਨੇ ਵੱਡੇ ਮੋਟੇ ਜੀ ਜੀ ਤੇ ਇਹ ਸਟੱਪੜੀਆਂ ਮੁੜ ਜਿਹੜੀਆਂ ਨੇ ਤੁਸੀਂ ਚਾੜੀਆਂ ਨੇ 15 5 38 ਦੀਆਂ ਬਿਲਾਰਸ ਵਾਲੀਆਂ ਨੇ? ਹਾਂ, ਬਿਲਾਰਸ ਵਾਲੇ ਜੀ। ਬਿਲਾਰਸ ਵਾਲੀਆਂ। ਤੇ ਰਿਮ ਕਿਹੜਾ ਹੈ ਤੇ ਕਿੱਥੋਂ ਲਿਆ ਹੈ ਤੇ ਇਹਦੇ ਬਾਰੇ ਕੁਝ ਸਾਨੂੰ ਦੱਸੋ। ਬਿਲਾਰਸ 820 ਰੂਸੀ ਦਾ ਰਿਮ ਹੈ ਜੀ। 820 ਰੂਸੀ ਦਾ ਰਿਮ ਹੈ, ਇਹਦਾ 84 ਕਿਲੋ ਇੱਕ ਰਿਮ ਦਾ ਵਜ਼ਨ ਹੈ। ਅੱਛਾ ਜੀ। ਆਮ ਜਿਹੜਾ 510 ਰੂਸੀ ਹੁੰਦਾ ਹੈ ਜੀ। ਉਹਦਾ ਵਜ਼ਨ 65 ਤੋਂ 67 ਕਿਲੋ ਹੁੰਦਾ ਜੀ। 66 ਕਿਲੋ ਕਿਸੇ ਦਾ, 67 ਕਿਲੋ ਕਿਸੇ ਦਾ, 65 ਕਿਲੋ। ਠੀਕ ਹੋ ਇਹ ਗਿਆ ਜੀ। ਉਹਨਾਂ ਨਾਲੋਂ ਤਕਰੀਬਨ ਇਹਦਾ ਵਜ਼ਨ 84 ਕਿਲੋ ਹੈ। ਅੱਛਾ ਜੀ। ਨਾਲ weight ਲਗਾਏ ਨਾ ਕਿ ਸਲਿੱਪ ਨਾ ਮਾਰੇ। ਅੱਛਾ ਜੀ। 40 ਕਿਲੋ ਬਾਹਰ ਵਜ਼ਨ ਲੱਗਾ ਹੈ, 40 ਕਿਲੋ ਇਹਦੇ ਅੰਦਰ ਵਜ਼ਨ ਲੱਗਾ ਹੈ ਜੀ। ਠੀਕ ਹੋ ਗਿਆ। ਰੂਸੀ ਵਾਲਾ ਜੀ, ਸਲਿੱਪਿੰਗ ਘੱਟ ਕਰੇ ਜੀ। ਅੱਛਾ, ਮੈਂ ਆਪਣੇ ਫਾਰਮ ਤੇ ਦੇਖਿਆ ਕਿ ਆਪਣੇ ਕੋਲ ਜ਼ਿਆਦਾ ਟਰੈਕਟਰ 4x4 ਹੀ ਹੈ ਜੀ ਜੀ ਤੇ 2 ਵੀਲ ਡਰਾਈਵ ਤੁਹਾਡੇ ਕੋਲ ਘੱਟ ਹੈਗੇ ਨੇ ਟਰੈਕਟਰ। ਜੀ। ਇਹ 4 ਵੀਲ ਡਰਾਈਵ ਤੁਸੀਂ ਜ਼ਿਆਦਾ ਕਿਉਂ ਪਸੰਦ ਕਰਦੇ ਹੋ ਜਾਂ ਇਹਨਾਂ ਦਾ ਫਾਇਦਾ ਕੀ ਹੈ? 4 ਵੀਲ ਦਾ ਇਹ ਫਾਇਦਾ ਕਿ ਇੱਕ ਤਾਂ ਡੀਜ਼ਲ ਦੀ ਬਚਤ ਹੈ ਬਹੁਤ ਜ਼ਿਆਦਾ ਜੀ। ਅੱਛਾ ਜੀ। ਜਿੱਥੇ ਇਹ ਟਰੈਕਟਰ 4 ਲੀਟਰ ਖਾਵੇਗਾ ਉੱਥੇ 3 ਲੀਟਰ ਖਾਵੇਗਾ। ਅੱਛਾ ਜੀ। ਅੱਛਾ, ਲੋਕ ਤਾਂ ਇਹ ਸਮਝਦੇ ਨੇ ਵੀ 4 ਟਾਇਰ ਹੋਣ ਨਾਲ ਇੰਜਣ ਤੇ ਜਨਾਬ ਵਜ਼ਨ ਆ ਜਾਂਦਾ ਹੈ, ਇੰਜਣ ਤੇ ਲੋਡ ਪੈਂਦਾ, ਖਰਚਾ ਵਧੇਗਾ। ਨਹੀਂ ਜੀ, ਤੁਸੀਂ ਦੱਸ ਰਹੇ ਹੋ ਵੀ ਖਰਚਾ ਘਟ ਜਾਂਦਾ ਹੈ। ਘਟ ਜਾਂਦਾ ਜੀ। ਅੱਛਾ ਜੀ। ਜੀ। ਤੇ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਹੋ ਵੀ 4 ਵੀਲ ਵੱਲੇ ਆਉਣਾ ਚਾਹੀਦਾ ਹੈ?
ਅਗਾਂਹ ਜਦੀਦ ਦੌਰ ਆ ਰਿਹਾ ਜੀ 4 ਵੀਲਰ ਆਉਣਾ ਚਾਹੀਦਾ ਜੀ, ਸਹੀ ਕਿਉਂਕਿ ਜਿਹੜੇ ਔਜ਼ਾਰ ਨੇ ਸਾਰੇ ਅੱਗੇ ਨਾਲੋਂ ਵੱਡੇ ਆ ਰਹੇ ਨੇ ਜੀ, ਹੁਣ ਸਾਡੇ ਕੋਲ ਚੀਜ਼ਲ ਨਾ ਉਹਨਾਂ ਨੂੰ ਮਗਰ ਫਿਰਕੀਆਂ ਲੱਗੀਆਂ ਨੇ 9 ਵਾਲੇ ਚੀਜ਼ਲ ਨਾ ਸਹੀ ਜੀ ਕਾਫੀ ਲੰਬੇ ਉਹਨਾਂ ਦੇ ਕੋੜ ਲੱਗੇ ਨੇ ਜੀ ਚੁੰਝਾਂ ਲੱਗੀਆਂ ਨੇ ਜੀ। ਉਹਨੂੰ 4 ਵੀਲ ਖਿੱਚਦੇ ਨੇ, ਸਾਦਾ ਨਹੀਂ ਖਿੱਚਦੇ। ਅੱਛਾ, ਅਗਰ ਇਹ 850 4 ਵੀਲ ਆਂਦਾ ਤੁਸੀਂ ਫਿਰ ਕਿਹੜਾ ਪਸੰਦ ਕਰੋਗੇ? ਇਨਸ਼ਾਅੱਲਾ 4 ਵੀਲ ਪਸੰਦ ਕਰਾਂਗੇ ਜੀ। ਅੱਛਾ ਜੀ, ਹਾਂਜੀ ਜ਼ਬਰਦਸਤ ਹੋ ਗਿਆ ਜੀ, ਬੜੀ ਅੱਛੀ ਗੱਲ ਹੈ ਜੀ ਕਿ ਤੁਸੀਂ 4x4 ਨੂੰ ਪਸੰਦ ਕਰਦੇ ਹੋ ਔਰ ਲੋਕਾਂ ਨੂੰ ਵੀ ਮਸ਼ਵਰਾ ਦੇ ਰਹੇ ਹੋ ਕਿ 4x4 ਵੱਲੇ ਜਾਣਾ ਚਾਹੀਦਾ ਹੈ। ਅੱਛਾ, ਇਹ ਸਟੱਪਣੀਆਂ ਜਦੋਂ ਤੁਸੀਂ 850 ਨੂੰ ਲਗਾਈਆਂ ਨੇ, ਇਹਦੀ ਗੱਲ ਕਰ ਰਿਹਾ ਸੀ ਵੀ ਈਜ਼ੀ ਲੱਗ ਗਈਆਂ ਨੇ, ਇਹਨਾਂ ਦਾ ਕੋਈ ਫਰਕ ਤਾਂ ਨਹੀਂ ਹੈਗਾ? ਨਹੀਂ, ਕੋਈ ਫਰਕ ਨਹੀਂ। ਇਹ ਜਿਵੇਂ ਆਪਾਂ ਬਾਕੀ ਟਰੈਕਟਰਾਂ ਨੂੰ ਵੀ ਸਟੱਪਣੀਆਂ ਲਾ ਲੂ ਲੈਨੇ ਆ, ਉਹਦੀਆਂ ਇੱਦੇ ਲੱਗ ਜਾਣਗੀਆਂ ਕਿਸੇ ਬਿਲਾਰਸ ਦੀਆਂ ਜਾਂ ਦੂਸਰੀਆਂ ਸਟੱਪਣੀਆਂ ਕੋਈ ਨਹੀਂ? ਨਹੀਂ, ਜਿਹੜੇ 85 ਤੋਂ ਹੁੰਦੀਆਂ ਜੋ ਜਦੋਂ ਇਹਨੂੰ ਲਗਾਵਾਂਗੇ ਜੀ ਉਹ ਆਂਦੀ 28 ਇੰਚ ਤੇ, ਸਹੀ, ਲੇਕਿਨ ਇਹਦੇ ਵਾਸਤੇ ਇਹ ਕੁੱਪਾ ਅਸੀਂ ਅੰਦਰਲੀ ਸਾਈਡ ਤੇ ਲਾਇਆ ਜੀ। ਠੀਕ ਹੋ ਗਿਆ ਜੀ, ਕੁੱਪਾ ਅੰਦਰਲੀ ਸਾਈਡ ਤੇ ਰਿਮ ਬਾਹਰ ਆ ਗਿਆ ਜੀ, ਠੀਕ ਹੋ ਹੁਣ ਗਿਆ, 30 ਇੰਚ ਤੇ ਹੈਗਾ ਜੀ। ਠੀਕ ਹੋ ਗਿਆ ਜੀ। ਇਹ ਥੋੜੀ ਜਿਹੀ ਤਬਦੀਲੀ ਕਰਨੀ ਪੈਂਦੀ ਜੀ ਹੈ। ਤਬਦੀਲੀ ਕਰਨੀ ਪੈਂਦੀ ਹੈ। ਡਾਇਰੈਕਟ ਰੂਸੀ ਦਾ ਰਿਮ ਲਿਆ ਕੇ ਨਹੀਂ ਲੱਗ ਸਕਦਾ? ਨਹੀਂ ਨਹੀਂ, ਡਾਇਰੈਕਟ ਨਹੀਂ ਲੱਗਦਾ ਜੀ, ਉਹਦੇ 'ਚ ਪਲੇਟ ਕਟਵਾ ਤੇ ਪਲੇਟ ਲਵਾਉਣੀ ਪੈਂਦੀ ਹੈ। ਠੀਕ ਹੋ ਗਿਆ। 85 ਨੂੰ ਲਗਾਉਣ ਵਾਸਤੇ ਇਹ ਪਲੇਟ ਦੁਬਾਰਾ ਲਗਾਉਣੀ ਪੈਂਦੀ ਹੈ, ਹਾਂ, ਕਟਵਾ ਤੇ ਪਲੇਟ ਲਗਾਉਣੀ ਪੈਂਦੀ ਹੈ 85 ਵਾਸਤੇ ਵੀ। ਸਹੀ ਹੋ ਗਿਆ ਜੀ। ਰੂਸੀ ਵਾਲੀ ਫਿਟਿੰਗ ਨਹੀਂ ਇਹਨਾਂ ਨੂੰ ਆਉਂਦੀ। ਅੱਛਾ, ਇਹ ਤੁਸੀਂ ਰਿਮ ਉੱਥੋਂ ਲਿਆ ਤੇ ਫਿਰ ਬਾਅਦ ਤੇ ਫਿਟਿੰਗ ਆਪਣੇ ਇੱਥੋਂ ਸ਼ਹਿਰ ਵਿੱਚੋਂ ਆ ਕਰਵਾਈ ਹੈ? ਨਹੀਂ, ਉੱਥੇ ਫਿਟ ਕਰਾਈ ਚੌਧਰੀ ਅਰਸ਼ਦ ਰੂਸੀ ਦਾ ਡੀਲਰ ਹੈਗਾ ਨੂੰ ਜੀ, ਕਾੜਾ ਤੋਂ, ਜੀ। ਉਹਨਾਂ ਕੋਲ ਰਿਮ ਲੈਣ ਜੀ। ਤੇ ਇਹ ਟਰੈਕਟਰ ਤੁਸੀਂ ਉੱਥੇ ਲੈ ਕੇ ਗਏ ਸੀ? ਕਿਸਾਨ ਟਰੈਕਟਰ ਵਾਲਿਆਂ ਕੋਲ ਲੈਣ ਅਸੀਂ। ਠੀਕ ਹੋ ਗਿਆ ਜੀ। ਨਹੀਂ, ਟਰੈਕਟਰ ਉੱਥੇ ਆਪਣਾ ਲੈ ਕੇ ਗਿਆ ਸੀ ਜਾਂ ਉੱਥੇ ਹੀ ਉਹਨਾਂ ਸੈੱਟ ਕਰਕੇ ਉੱਥੇ ਸੈੱਟ ਦਿੱਤਾ ਕਰਦੇ ਰਿਮ ਦੇ ਦਿੱਤੇ ਸਾਨੂੰ। ਠੀਕ ਹੋ ਗਿਆ, ਇੱਥੇ ਆਂਦੇ ਸਿਰਫ ਕਸ ਲਈ ਜੀ। ਜ਼ਬਰਦਸਤ ਹੋ ਗਿਆ। ਤੇ ਚਲੋ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਜਿਹੜਾ ਨਾ ਟਰੈਕਟਰ ਦੇ ਬਾਰੇ ਵੀ ਦੱਸਿਆ ਔਰ ਪਲਾਂਟਰ ਦੇ ਬਾਰੇ ਸਾਨੂੰ ਮਾਲੂਮਾਤ ਦਿੱਤੀ ਹੈ ਜੀ। ਤੇ ਬਾਕੀ ਇਨਸ਼ਾਅੱਲਾ ਦੋਸਤੋ ਤੁਹਾਨੂੰ ਪਰਫਾਰਮੈਂਸ ਵਿਖਾਸਾਂ ਹੈ ਬਾਕੀ ਟਰੈਕਟਰਾਂ ਦੀ ਵੀ ਔਰ ਇਹਦੀ ਵੀ ਚੀਜ਼ਲ ਵਗੈਰਾ ਤੇ ਜਾਂ ਜੋ ਵੀ ਇੱਥੇ ਐਕਟੀਵਿਟੀ ਇਹਦੇ ਨਾਲ ਹੁੰਦੀ ਹੈ। ਤੇ ਹੁਣ ਤੁਹਾਨੂੰ ਪਰਫਾਰਮੈਂਸ ਦਿਖਾਣੇ ਆ ਜਨਾਬ ਇਸ ਪਲਾਂਟਰ ਤੇ। ਇਸ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਲਿਫਟੋਮੈਟਿਕ ਕਿਵੇਂ ਕੰਮ ਕਰਦਾ ਹੈ ਤੇ ਲਿਫਟੋਮੈਟਿਕ ਆਲੂਆਂ ਦੇ ਪਲਾਂਟਰ ਤੇ ਕਿਵੇਂ ਕੰਮ ਕਰਦਾ ਹੈ ਔਰ ਕਿਵੇਂ ਦਾ ਹੈ। ਔਰ ਇਨਸ਼ਾਅੱਲਾ ਇਹ ਪਲਾਂਟਰ ਹੈਗਾ ਜਨਾਬ ਰਾਸ਼ਨ ਕੇਰਨ ਵਾਸਤੇ। ਤੇ ਹੁਣ ਆਪਾਂ ਤੁਹਾਨੂੰ ਇਨਸ਼ਾਅੱਲਾ ਦੂਸਰੇ ਪਲਾਂਟਰ ਤੇ ਵੀ ਇਹਦੀ ਪਰਫਾਰਮੈਂਸ ਦਿਖਾਉਣੀ ਹੈ। ਦੋਸਤੋ ਇਹ ਨੇ ਜਨਾਬ 850 ਦੇ ਫੀਚਰ। ਇਹ ਵੇਖੋ ਹੁਣ ਟਰੈਕਟਰ ਜਨਾਬ ਮੁੜ ਰਹੀ ਹੈ, ਜਾਂ ਖੇੜੀ ਦੇ ਵਿੱਚ ਸਿੱਧਾ ਹੋਵੇਗਾ ਤੇ ਲੀਵਰ ਨਹੀਂ, ਸਿਰਫ ਇਹ ਇੱਕ ਬਟਨ ਦਬਾਉਣ ਨਾਲ ਲੀਵਰ ਥੱਲੇ ਚਲਾ ਗਿਆ ਹੈ ਪਲਾਂਟਰ। ਤੇ ਹੁਣ ਟਰੈਕਟਰ ਇਹਨੇ ਤੋਰ ਰੱਖਣਾ ਹੈ ਤੇ ਜਿੱਥੇ ਇਹਨੇ ਗਹਿਰਾਈ ਸੈੱਟ ਕੀਤੀ ਹੋਈ ਹੈ ਨਾ ਲੀਵਰ ਤੋਂ, ਪਲਾਂਟਰ ਨੇ ਖੁਦ ਬਖੁਦ ਉੱਥੇ ਜਾਣਾ ਹੈ, ਨਾ ਥੱਲੇ ਤੇ ਨਾ ਉੱਤੇ ਜਾਣਾ ਹੈ। ਖੁਦ ਬਖੁਦ ਜਿੱਥੇ ਮਿੱਟੀ ਭਾਰੀ ਆਈ ਉੱਥੇ ਹੌਲਾ ਵੀ ਕਰੇਗਾ ਤੇ ਦੂਸਰੀ ਸਾਈਡ ਤੇ ਜਦੋਂ ਜਾਣਾ ਹੈ ਤੇ ਉਹਦੇ ਜਨਾਬ ਸਿਰਫ ਉਹ ਇੱਕ ਬਟਨ ਤੋਂ ਹੀ ਇਹਨੇ ਪਲਾਂਟਰ ਨੂੰ ਉਤਾਂ ਚਾ ਲੈਣਾ ਹੈ ਤੇ ਗੁੰਮ ਤੇ ਫਿਰ ਹਟ ਕੇ ਇੱਕ ਬਟਨ ਤੋਂ ਹੀ ਥੱਲੇ ਸੱਟ ਦੇਣਾ ਹੈ। ਲਿਫਟੋਮੈਟਿਕ ਦੀ ਜਨਾਬ ਇਹ ਹੈਗੀ ਚੱਸ। ਹੁਣ ਇਹ ਵੇਖ ਲਓ ਡਰਾਈਵਰ ਜਿਹੜਾ ਹੈ ਉਹ ਆਦਾ ਹੱਥ ਜਨਾਬ ਆਦੇ ਪੱਟ ਦੇ ਉੱਤੇ ਰੱਖ ਦੇ ਸਕੂਨ ਨਾਲ ਆ ਰਹੀ ਹੈ, ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਹੈਗੀ। ਲਿਫਟੋਮੈਟਿਕ ਦਾ ਜਨਾਬ ਇਹ ਹੀ ਸਵਾਦ ਹੈਗਾ, ਇਹ ਹੀ ਹੈ ਚੱਸ, ਠੀਕ ਹੈ ਨਾ। ਇਹ ਦੇਖੋ ਵੇਖੋ ਨਾ, ਫੋਕਸ ਕਰੋ ਉਹਦੇ ਹੱਥ ਤੇ, ਲੀਵਰ ਵੱਲੇ ਹੱਥ ਨਹੀਂ ਜਾਵੇਗਾ। ਡਰਾਈਵਰ ਵੀ ਖੁਸ਼ ਤੇ ਕਿਸਾਨ ਵੀ ਖੁਸ਼। ਮਿਲਦੇ ਹਾਂ ਅਗਲੀ ਵੀਡੀਓ ਨਾਲ। ਅੱਲਾਹ ਹਾਫਿਜ਼।